ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਦੇ ਉੱਤੇ ਸਪੈਸ਼ਲ ਕੈਂਪੇਨ ਚਲਾਇਆ ਗਿਆ ਸੀ ਡਰੱਗਸ ਦੇ ਖਿਲਾਫ, ਜਿਹੜਾ ਕਿ 5/7/2022 ਨੂੰ ਸ਼ੁਰੂ ਕੀਤਾ ਸੀਗਾ। ਸੋ ਪਹਿਲਾਂ ਤਾਂ ਮੈਂ 1 ਸਾਲ ਜਿਹੜਾ ਸੀ 5/7/2023 ਨੂੰ ਪੂਰਾ ਹੋ ਗਿਆ ਉਸ ਕੈਂਪੇਨ ਨੂੰ। ਸੋ 1 ਸਾਲ ਦੇ ਵਿੱਚ ਪੰਜਾਬ ਪੁਲਿਸ ਨੇ ਕਾਫੀ ਉਪਲਬਧੀਆਂ ਕੀਤੀਆਂ ਡਰੱਗਸ ਫਰੰਟ ਦੇ ਉੱਤੇ। ਸੋ ਕੁਝ ਰਿਕਵਰੀਜ਼ ਮੈਂ ਪਹਿਲਾਂ ਦੱਸਣੀਆਂ ਚਾਹਾਂਗਾ ਕਿ ਜਿਹੜੀਆਂ ਇਸ ਸਮੇਂ ਦੇ ਦੌਰਾਨ, ਇਸ ਪੂਰੇ 1 ਸਾਲ ਦੇ ਦੌਰਾਨ ਟੋਟਲ 12,218 FIR ਦਰਜ ਹੋਈਆਂ, ਜਿਹਦੇ 'ਚ 16,360 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ। ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ FIR ਨੇ 1458 FIR ਦਰਜ ਹੋਈਆਂ, ਔਰ ਵੱਡੇ ਸਮਗਲਰ ਜਿਹੜੇ ਅਰੈਸਟ ਕੀਤੇ ਗਏ ਨੇ 2351 ਵੱਡੇ ਸਮਗਲਰ ਜਿਹੜੇ ਨੇ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ। ਮੀਡੀਅਮ ਕੁਆਂਟੀਟੀ ਦੀਆਂ 9216 FIR ਦਰਜ ਹੋਈਆਂ, ਸਮॉल ਕੁਆਂਟੀਟੀ ਦੀਆਂ 1540 FIR ਦਰਜ ਹੋਈਆਂ। ਔਰ ਕਮਰਸ਼ੀਅਲ ਕੁਆਂਟੀਟੀ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ FIR ਪਟਿਆਲਾ ਜ਼ਿਲ੍ਹੇ ਦੇ ਵਿੱਚ 114 ਦਰਜ ਹੋਈਆਂ, 96 FIR ਹੁਸ਼ਿਆਰਪੁਰ ਦੇ ਵਿੱਚ ਤੇ 96 FIR ਜਿਹੜੀਆਂ ਨੇ STF ਪੁਲਿਸ ਸਟੇਸ਼ਨ ਜਿਹੜਾ SAH ਨਗਰ ਦੇ ਵਿੱਚ ਉੱਥੇ ਦਰਜ ਕੀਤੀਆਂ ਗਈਆਂ। ਟੋਟਲ ਨੰਬਰ ਆਫ FIRs ਦੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ 'ਚ ਦਰਜ ਹੋਈਆਂ 795 FIR, ਫਿਰ 733 FIR ਪਟਿਆਲਾ 'ਚ ਦਰਜ ਹੋਈਆਂ ਤੇ 680 FIR ਜਿਹੜੀਆਂ ਨੇ ਉਹ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਦਰਜ ਹੋਈਆਂ। ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਪੀਰੀਅਡ ਦੇ ਦੌਰਾਨ, ਜਿਹਦੇ ਵਿੱਚ ਹੈਰੋਇਨ ਜਿਹੜੀ ਆ ਟੋਟਲ 1220 ਕਿਲੋ ਹੈਰੋਇਨ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ, ਜਿਹਦੇ ਵਿੱਚੋਂ 147 ਕਿਲੋ ਜਿਹੜੀ ਸੀ ਉਹ ਦੂਸਰੀਆਂ ਸਟੇਟਸ ਤੋਂ ਪੰਜਾਬ ਪੁਲਿਸ ਦੀ ਐਕਟਿਵ ਇਨਫੋਰਸਮੈਂਟ ਦੇ ਨਾਲ, ਤੇ 1073 ਕਿਲੋ ਦੇ ਕਰੀਬ ਜਿਹੜੀ ਆ ਉਹ ਪੰਜਾਬ ਦੇ ਅੰਦਰੋਂ ਰਿਕਵਰ ਕੀਤੀ ਗਈ ਹੈ। 797 ਕਿਲੋਗ੍ਰਾਮ OPM ਰਿਕਵਰ ਕੀਤੀ ਹੈ, 375 ਕੁਇੰਟਲ ਪੌਪੀ ਹਸਕ ਰਿਕਵਰ ਕੀਤੀ ਹੈ, 45 ਕਿਲੋ ਚਰਸ, 902 ਕਿਲੋ ਗਾਂਜਾ ਤੇ 65,49,399 ਜਿਹੜੀਆਂ ਨੇ ਉਹ ਇੰਜੈਕਸ਼ਨਸ, ਟੈਬਲੇਟਸ ਤੇ ਅਲੱਗ-ਅਲੱਗ ਯੂਨਿਟਸ ਜਿਹੜੇ ਆ ਉਹ ਇਸ ਸਮੇਂ ਦੇ ਦੌਰਾਨ ਜ਼ਬਤ ਕੀਤੇ ਗਏ। ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਕੀਤੀ ਹੈ, ਜਿਹਦੇ 'ਚ 12 ਕਰੋੜ 33 ਲੱਖ ਜਿਹੜਾ ਰੁਪਇਆ ਵਾ ਡਰੱਗ ਮਨੀ ਜਿਹੜੀ ਹੈ ਰਿਕਵਰ ਕੀਤੀ ਹੈ। ਜਿਹੜੇ ਵਹੀਕਲ ਇਨਵੋਲਵ ਸੀਗੇ 3261 ਵਹੀਕਲ ਕਨਫਿਸਕੇਟ ਕੀਤੇ ਗਏ ਆ, ਔਰ ਇਸ ਸਮੇਂ ਦੇ ਦੌਰਾਨ 954 ਜਿਹੜੇ ਪ੍ਰੋਕਲੇਮਡ ਅਫੈਂਡਰ ਨੇ NDPS ਐਕਟ ਦੇ ਉਹ ਅਰੈਸਟ ਕੀਤੇ ਗਏ ਆ, ਕਿਉਂਕਿ ਇੱਕ ਸਪੈਸ਼ਲ ਕੈਂਪੇਨ ਪ੍ਰੋਕਲੇਮਡ ਅਫੈਂਡਰਸ ਦੇ ਖਿਲਾਫ ਵੀ ਚਲਾਇਆ ਗਿਆ ਸੀ ਇਸ ਸਮੇਂ ਦੇ ਦੌਰਾਨ। ਇਸੇ ਤਰ੍ਹਾਂ ਜਿਹੜੀਆਂ ਪਿਛਲੇ ਹਫਤੇ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹ ਵੀ ਦੱਸਣਾ ਚਾਹਾਂਗਾ ਮੈਂ। ਪਿਛਲੇ ਹਫਤੇ ਦੇ ਵਿੱਚ 205 FIR ਦਰਜ ਕੀਤੀਆਂ ਗਈਆਂ, 297 ਅਕਿਊਜ਼ਡ ਅਰੈਸਟ ਕੀਤੇ ਗਏ ਆ ਤੇ 32 ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਰਜਿਸਟਰ ਕੀਤੇ ਗਏ ਆ, ਜਿਹਦੇ 'ਚ 56 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਆ। 5.5 ਕਿਲੋ ਹੈਰੋਇਨ ਪਿਛਲੇ ਹਫਤੇ ਫੜੀ ਗਈ ਹੈ। ਇਸੇ ਤਰ੍ਹਾਂ OPM ਜਿਹੜੀ ਹੈ 11 ਕਿਲੋ OPM ਤੇ 10 ਹੋਰ POs ਜਿਹੜੇ ਨੇ ਅਰੈਸਟ ਕੀਤੇ ਗਏ ਆ। ਸੋ ਕੁੱਲ 964 PO ਜਿਹੜੇ ਨੇ ਇਸ ਪੂਰੀ ਕੈਂਪੇਨ ਦੇ ਟਾਈਮ ਦੇ ਉੱਤੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਆ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਬਾਕੀ ਸਪੈਸ਼ਲਾਈਜ਼ਡ ਵਿੰਗਸ ਨੇ ਉਹਨਾਂ ਨੇ ਵੀ ਇਸ ਸਮੇਂ ਦੇ ਦੌਰਾਨ ਕਾਫੀ ਉਪਲਬਧੀਆਂ ਜਿਹੜੀਆਂ ਪ੍ਰਾਪਤ ਕੀਤੀਆਂ, ਜਿਹਦੇ 'ਚ ਜਿਹੜੀ AGTF ਜਿਹਦਾ ਸਪੈਸ਼ਲੀ ਗਠਨ ਕੀਤਾ ਗਿਆ ਸੀਗਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ, ਉਹਨਾਂ ਨੇ ਟੋਟਲ ਜਿਹੜੇ ਨੇ ਗੈਂਗਸਟਰ ਜਿਹੜੇ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਆ ਜਾਂ ਥਰੂ ਡਿਸਟ੍ਰਿਕਟ ਪੁਲਿਸ ਅਰੈਸਟ ਕੀਤੇ ਆ, ਉਹ 688 ਗੈਂਗਸਟਰ ਅਰੈਸਟ ਕੀਤੇ ਆ, ਔਰ 5 ਜਿਹੜੇ ਨੇ ਹਾਰਡਕੋਰ ਕ੍ਰਿਮੀਨਲਸ ਜਿਹੜੇ ਨਿਊਟਰਲਾਈਜ਼ ਕੀਤੇ ਗਏ ਆ। ਇਸੇ ਤਰ੍ਹਾਂ ਜਿਹੜੇ ਮੋਡਿਊਲਸ ਬਸਟ ਕੀਤੇ 208 ਗੈਂਗਸਟਰਸ ਦੇ ਮੋਡਿਊਲਸ ਬਸਟ ਕੀਤੇ ਗਏ ਆ, ਔਰ 667 ਵੈਪਨਸ ਅਲੱਗ-ਅਲੱਗ ਤਰ੍ਹਾਂ ਦੇ ਰਿਕਵਰ ਕੀਤੇ ਆ। 157 ਜਿਹੜੇ ਨੇ ਵਹੀਕਲ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਸੀਗੇ ਵਹੀਕਲਸ ਰਿਕਵਰ ਕੀਤੇ ਆ। ਇਸੇ ਤਰ੍ਹਾਂ AGTF ਨੇ ਵੀ ਆਪਣੇ ਕੰਟਰੀਬਿਊਸ਼ਨ ਦੇ ਨਾਲ 44 ਕਿਲੋ ਜਿਹੜੀ ਹੈ ਹੈਰੋਇਨ ਰਿਕਵਰ ਕੀਤੀ ਹੈ। ਸਿਮਿਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ, ਉਹਨਾਂ ਨੇ ਐਂਟੀ ਟੈਰੋਰਿਜ਼ਮ ਫਰੰਟ ਦੇ ਉੱਤੇ ਵੀ ਕਾਫੀ ਕੰਮ ਕੀਤਾ ਪਿਛਲੇ ਸਮੇਂ ਦੇ ਦੌਰਾਨ, ਜਿਹਦੇ 'ਚ 18 ਜਿਹੜੇ ਨੇ ਟੈਰਰਿਸਟ ਮੋਡਿਊਲਸ ਬਸਟ ਕੀਤੇ ਗਏ ਔਰ 143 ਟੈਰਰਿਸਟ ਓਬਲੀਕ ਰੈਡੀਕਲਸ ਜਿਹੜੇ ਹਾਰਡਕੋਰ ਸੀਗੇ, ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਇਨਵੋਲਵਡ ਸੀਗੇ ਵਿੱਚ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਵੈਪਨਸ, ਜਿਹਦੇ 'ਚ 31 ਰਾਈਫਲਸ, 209 ਪਿਸਟਲਸ, 5 ਟਿਫਨ IDs ਤੇ 6.78 kg ਜਿਹੜਾ ਨਾ RDX ਉਹ ਰਿਕਵਰ ਕੀਤਾ ਗਿਆ। ਡਰੋਨਸ ਜਿਹੜੇ ਨੇ ਕਨਫਿਸਕੇਟ ਕੀਤੇ ਗਏ ਨੇ 51 ਡਰੋਨਸ, ਉਹ BSF ਦੇ ਨਾਲ ਮਦਦ ਦੇ ਨਾਲ ਪੰਜਾਬ ਪੁਲਿਸ ਨੇ ਬਾਰਡਰ ਏਰੀਆ ਦੇ ਵਿੱਚ 51 ਜਿਹੜੇ ਡਰੋਨ ਨੇ ਉਹ ਕਨਫਿਸਕੇਟ ਕੀਤੇ ਆ।
ਸਿਮਿਲਰਲੀ ਡਰੱਗਸ ਦੇ ਉੱਤੇ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਆਪਾਂ ਇੱਕ ਕੈਂਪੇਨ ਚਲਾਈ ਸੀਗੀ ਕਿ ਜਿਹੜੇ ਵੱਡੇ ਸਮਗਲਰਸ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ। ਸੋ ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਹੋਇਆ। ਟੋਟਲ ਜਿਹੜੇ ਕੇਸਿਸ ਨੇ 66 ਐਸੇ ਕੇਸਿਸ ਆ ਜਿਹਦੇ ਵਿੱਚ ਸਮਗਲਰਸ ਦੀ ਪ੍ਰਾਪਰਟੀ ਫੋਰਫਿਟ ਕੀਤੀ ਗਈ ਹੈ। ਸੋ ਟੋਟਲ ਜਿਹੜੀ ਪ੍ਰਾਪਰਟੀ ਫੋਰਫਿਟ ਕੀਤੀ ਗਈ ਹੈ ਉਹ 26 ਕਰੋੜ 72 ਲੱਖ ਦੀ ਪ੍ਰਾਪਰਟੀ ਫੋਰਫਿਟ ਕੀਤੀ ਹੈ, ਜਿਹਦੇ ਵਿੱਚ ਸਭ ਤੋਂ ਵੱਧ ਬਰਨਾਲਾ ਜ਼ਿਲ੍ਹੇ ਦੇ ਵਿੱਚ 13 ਕੇਸਿਸ ਦੇ ਵਿੱਚ ਪ੍ਰਾਪਰਟੀ ਫੋਰਫਿਚਰ ਹੋਇਆ ਹੈ, ਫਾਜ਼ਿਲਕਾ ਦੇ ਵਿੱਚ 9 ਕੇਸਿਸ 'ਚ ਹੋਇਆ ਹੈ, ਮਲੇਰਕੋਟਲਾ 'ਚ 6 ਕੇਸਿਸ 'ਚ ਹੋਇਆ ਹੈ, STF ਤੇ ਤਰਨਤਾਰਨ ਜ਼ਿਲ੍ਹੇ ਨੇ ਅਲੱਗ-ਅਲੱਗ ਆਪਣੇ ਤੌਰ ਤੇ 5-5 ਕੇਸਿਸ ਦੇ ਵਿੱਚ ਜਿਹੜੀ ਆ ਪ੍ਰਾਪਰਟੀ ਫੋਰਫਿਚਰ ਕੀਤੀ ਹੈ। ਸੋ ਇਸ ਦੇ ਉੱਤੇ ਹੋਰ ਕੈਂਪੇਨ ਜਿਹੜੀ ਆ ਜਾਰੀ ਹੈ, ਕਿਉਂਕਿ NDPS ਐਕਟ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਆ ਕਿ ਜਿਹੜੇ ਵੀ ਲੋਕ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਨਵੋਲਵਡ ਨੇ ਜਾਂ ਜਿਨ੍ਹਾਂ ਨੂੰ ਕਨਵਿਕਸ਼ਨ ਹੁੰਦੀ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਕੰਪੀਟੈਂਟ ਅਥਾਰਟੀ ਤੋਂ ਅਪਰੂਵਲ ਲੈ ਕੇ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਵੀਜ਼ਨ ਆ, ਜਿਹਦੇ ਨਾਲ ਜਿਹੜੇ ਲੋਕ ਵੱਡੇ ਸਮਗਲਰ ਡਰੱਗਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੇਕ ਲੱਗਦਾ ਹੈ, ਇੱਕ ਤਰ੍ਹਾਂ ਦਾ ਲੱਕ ਤੋੜਨ ਵਾਲੀ ਗੱਲ ਸਾਬਤ ਹੁੰਦੀ ਆ। ਸੋ ਸਾਰੇ ਜ਼ਿਲ੍ਹੇ ਇਸ ਦੇ ਉੱਤੇ ਸਪੈਸ਼ਲ ਕੈਂਪੇਨ ਚਲਾ ਕੇ ਅੱਗੇ ਵੀ ਲੱਗੇ ਹੋਏ ਆ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰਾਪਰਟੀ ਫੋਰਫੀਚਰ ਦੇ ਜਿਹੜੇ ਮਾਮਲੇ ਉਹ ਦੇਖਣ ਨੂੰ ਮਿਲਣਗੇ ਆਪਾਂ ਨੂੰ। ਸੋ ਇਹ ਡਰੱਗਸ ਦੇ ਉੱਤੇ, ਗੈਂਗਸਟਰਸ ਦੇ ਉੱਤੇ, ਟੈਰਰਿਜ਼ਮ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਆ, ਇਹ ਕੈਂਪੇਨ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਸੇ ਤਰ੍ਹਾਂ ਹੀ ਅਗਲੇ ਆਉਂਦੇ ਟਾਈਮ ਦੇ ਵਿੱਚ ਵੀ ਜਾਰੀ ਰਹੇਗਾ ਇਹ ਕੈਂਪੇਨ। ਸਰ ਅੱਜ ਵੀ CM ਸਾਹਿਬ ਦੀ ਮੀਟਿੰਗ ਹੋਈ ਹੈ ਨਸ਼ੇ ਨੂੰ ਲੈ ਕੇ, ਕਾਫੀ ਜਿਹੜੀ ਉਪਲਬਧੀ ਹੈ, ਹੋਰ ਵੀ ਜਿਹੜਾ NDPS ਮਾਮਲੇ 'ਚ ਵੀ ਹੋਰ ਸ਼ੋਧ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਡਰੋਨ ਦੀ ਤੁਸੀਂ ਗੱਲ ਕੀਤੀ ਹੈ, ਕਿਸ ਤਰ੍ਹਾਂ ਕੋਆਰਡੀਨੇਸ਼ਨ ਜਿਹੜਾ ਹੋ ਰਿਹਾ ਜਿੱਦਾਂ ਪਿਛਲੇ ਦਿਨਾਂ ਦੇਖੋ ਬਹੁਤ ਅੱਛਾ ਹੈ, ਜਿਸ ਤਰ੍ਹਾਂ ਮੈਂ ਦੱਸਿਆ ਬਾਕੀ ਏਜੰਸੀਜ਼ ਦੇ ਨਾਲ BSF ਦੇ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਪੰਜਾਬ ਪੁਲਿਸ ਦਾ। ਅੱਜ ਮਾਨਯੋਗ ਗ੍ਰਹਿ ਮੰਤਰੀ ਜੀ ਦੇ ਨਾਲ ਇੱਕ ਵੀਡੀਓ ਕਾਨਫਰੰਸ ਹੋਈ ਸੀਗੀ ਮਾਨਯੋਗ CM ਸਾਹਿਬ ਦੀ ਤੇ ਬਾਕੀ ਆਫੀਸਰਸ ਦੀ, ਉਹਦੇ ਵਿੱਚ ਵੀ ਜਿਹੜੇ ਇਸ਼ੂਜ਼ ਪੰਜਾਬ ਨਾਲ ਰਿਲੇਟਡ ਨੇ ਉਹ ਟੇਕ ਅਪ ਕੀਤੇ ਗਏ ਔਰ ਪੰਜਾਬ ਦੇ ਵਿੱਚ ਡਰੱਗਸ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਨੂੰ ਹੋਰ ਸਟਰੈਂਥਨ ਕੀਤਾ ਜਾਊਗਾ ਆਉਂਦੇ ਦਿਨਾਂ ਦੇ ਵਿੱਚ। नहीं वो अलग-अलग है जी, दैट इज़ वेरी टेक्निकल, उसमें अभी बहुत सारी डेवलपमेंट्स चल रही हैं। DSF भी वर्क कर रही है, स्टेट पुलिस हमारे लोग भी उसमें, हमने भी एक टीम बनाई है, वो भी कर रहे हैं और सेंट्रल लेवल पे भी ये चल रहा है। तो इसको बेसिकली टेक्नोलॉजी है कि उसको डिटेक्ट किया जाए और डिटेक्ट करने के बाद प्रॉपर इन्वेस्टिगेशन हो फर्दर आगे। जे 51 का जो एक साल में जो इंटरनल सिक्योरिटी विंग ने पंजाब पुलिस ने बॉर्डर एरिया में जो कन्फिस्केट किए हैं वो 51 एक साल का है, जुलाई से लेके अब तक का। जब से हमने ये कैंपेन, ये जो स्पेशल कैंपेन हमने शुरू की थी, ये 5 जुलाई से स्टार्ट की थी, तो ये 5 जुलाई से लेके अब तक का आंकड़ा है जो 51 22 से 23 तक। नहीं डिटेल्स मेरे को नहीं हैगियां जी सारियां, बट मेन इशूज़ ਜਿਹੜੇ ਪੰਜਾਬ ਨਾਲ ਰਿਲੇਟਡ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ। ਜਿਹੜੇ ਇੱਕ ਤਾਂ NCB ਦਾ ਸੈਂਟਰ ਬਣਨਾ ਅੰਮ੍ਰਿਤਸਰ ਦੇ ਵਿੱਚ, ਉਹਦੇ ਲਈ ਲੈਂਡ ਆਲਰੇਡੀ ਜਿਹੜੀ ਆ ਪ੍ਰੋਵਾਈਡ ਕਰ ਦਿੱਤੀ ਗਈ ਹੈ ਤੇ ਬਾਕੀ ਪ੍ਰੋਸੈਸ ਜਿਹੜਾ ਵਾ ਪਾਈਪਲਾਈਨ 'ਚ ਉਹ ਚੱਲ ਰਿਹਾ ਵਾ ਸਾਰਾ ਪ੍ਰੋਸੈਸ, ਔਰ ਜਿੱਥੇ ਜਿੱਥੇ ਬਾਰਡਰ ਏਰੀਆ ਨੂੰ ਸਟਰੈਂਥਨ ਕਰਨ ਦੀ ਗੱਲ ਆ ਉਹ ਵੀ ਟੇਕ ਅਪ ਕੀਤਾ ਜਾ ਰਿਹਾ ਵਾ। ਉਹ ਅਜੇ ਕੁਝ ਪ੍ਰੋਵੀਜ਼ਨਸ ਆ, ਉਹ ਜੇ ਡਿਟੇਲਸ ਫਰਦਰ ਸ਼ੇਅਰ ਕਰਾਂਗੇ ਤੁਹਾਡੇ ਨਾਲ। ਜਿਸ ਤਰ੍ਹਾਂ ਪੰਚਾਇਤ ਦੇ ਨਾਲ ਕੋਆਰਡੀਨੇਸ਼ਨ ਕਰਨ ਦੀ ਗੱਲ ਕੀਤੀ ਗਈ ਹੈ CM ਸਾਹਿਬ ਵੱਲੋਂ ਕਿ ਪਿੰਡਾਂ ਦੇ ਜਿਹੜਾ ਪੰਚਾਇਤ ਉਹ ਕਿਸ ਤਰ੍ਹਾਂ ਹੁਣ ਕੋਆਰਡੀਨੇਟ ਕਰੋਗੇ, ਕੋਈ ਰਣਨੀਤੀ ਤਿਆਰ, ਕੋਈ ਰੋਡ ਮੈਪ ਤਿਆਰ ਕੀਤਾ? ਨਹੀਂ, ਉਹਦਾ ਇੱਕ ਰੋਡ ਮੈਪ ਤਿਆਰ ਕਰਾਂਗੇ। ਦੇਖੋ ਸਾਰੇ SSPs ਨੂੰ, CPs ਨੂੰ ਇੱਕ ਹਦਾਇਤਾਂ ਸੀ ਕਿ ਕਮਿਊਨਿਟੀ ਨੂੰ ਇਨਵੋਲਵ ਕੀਤਾ ਜਾਵੇ ਡਰੱਗਸ ਦੇ ਵਿੱਚ, ਕਿਉਂਕਿ ਇਨਫੋਰਸਮੈਂਟ ਇੱਕ ਪਾਰਟ ਆ ਜਿਹੜਾ ਪੁਲਿਸ ਕਰਦੀ ਆ, ਜਿਹੜਾ ਆਪਾਂ ਜਿਹਦੀ ਆਪਾਂ ਗੱਲ ਕਰ ਰਹੇ ਇਨਫੋਰਸਮੈਂਟ ਆ, ਇਹਦੇ ਵਿੱਚ ਹੋਰ ਬਾਕੀ ਐਕਟੀਵਿਟੀਜ਼ ਦੀ ਵੀ ਜ਼ਰੂਰਤ ਆ, ਲੋਕਾਂ ਦੀ ਇਨਵੋਲਵਮੈਂਟ ਦੀ ਜ਼ਰੂਰਤ ਆ, ਅਵੇਅਰਨੈਸ ਦੀ ਜ਼ਰੂਰਤ ਆ। ਸੋ ਪੰਚਾਇਤਾਂ ਨੂੰ ਐਕਟਿਵਲੀ ਇਨਵੋਲਵ ਕੀਤਾ ਜਾਏਗਾ ਇਸ ਚੀਜ਼ ਵਿੱਚ। ਸਰ ਤੁਸੀਂ 1 ਸਾਲ ਹੋ ਗਿਆ ਹੈ ਪ੍ਰੋਜੈਕਟ ਚਲਾਇਆ ਹੋਇਆ ਹੈ, ਕਮਿਊਨਿਟੀ ਨੂੰ ਇਨਵੋਲਵ ਕਰਨ ਦੀ ਗੱਲ ਕਰ ਰਹੇ ਹੋ। ਰੀਸੈਂਟਲੀ ਕੇਸ ਮਾਨਸਾ ਤੋਂ ਸਰਫੇਸ ਹੋਇਆ ਹੈ, ਕ੍ਰੂਸੇਡਰ ਡਰੱਗ ਕ੍ਰੂਸੇਡਰ ਹੈ ਉਹ ਪਰਵਿੰਦਰ ਸਿੰਘ ਝੋਟਾ, ਉਸਨੇ ਡਰੱਗ ਜਿਹੜੇ ਸੇਲ ਕਰਨ ਦੇ ਐਕਚੁਅਲੀ ਸੀਗੇ ਬੰਦੇ, ਉਹਨਾਂ ਨੂੰ ਪਕੜਿਆ ਹੈ। ਉਸ ਤੋਂ ਬਾਅਦ ਜੋ ਪੁਲਿਸ ਉਹਨੂੰ ਚੱਕ ਕੇ ਲੈ ਗਈ ਔਰ ਜੁਡੀਸ਼ੀਅਲੀ ਕਸਟਡੀ 'ਚ ਉਹਨੂੰ ਭੇਜ ਦਿੱਤਾ ਗਿਆ ਜੇਲ੍ਹ। ਤੇ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਮੇਰੇ ਕੋਲੇ ਨਹੀਂ, ਮੈਨੂੰ ਇਹਦੇ ਬਾਰੇ ਨਹੀਂ, ਇਹ ਤਾਂ ਲੋਕਲ ਪੁਲਿਸ ਜਿਹੜੀ ਆ ਜਾਂ SSP ਮਾਨਸਾ ਹੈ ਉਹਨਾਂ ਦੇ ਕੋਲੇ ਜ਼ਿਆਦਾ ਡਿਟੇਲ ਹੋਏਗੀ। ਜੇ ਤੁਹਾਨੂੰ ਚਾਹੀਦੀ ਆ ਡਿਟੇਲ ਲੈ ਕੇ ਸ਼ੇਅਰ ਕਰ ਦਿੱਤੀ ਜਾਊਗੀ। ਨਹੀਂ, ਇੱਕ ਕੇਸ ਬਾਰੇ ਆਪਾਂ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੱਕ ਡਿਟੇਲਸ ਪਤਾ ਨਾ ਹੋਣ ਜੀ ਉਦੋਂ ਤੱਕ ਕਿਸੇ ਵੀ ਚੀਜ਼ ਬਾਰੇ ਟਿੱਪਣੀ ਕਰਨੀ ਇੰਪੋਸੀਬਲ ਆ। ਕਮਿਊਨਿਟੀ ਦੀ ਇਨਵੋਲਵਮੈਂਟ ਜਿਹੜੀ ਆ ਉਹ ਕਈ ਤਰ੍ਹਾਂ ਨਾਲ ਹੁੰਦੀ ਹੈ, ਜਿਸ ਤਰ੍ਹਾਂ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ SSPs ਨੇ ਸਪੈਸ਼ਲੀ ਸਪੋਰਟਸ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ,
ਯੂਥ ਦੀ ਇਨਵੋਲਵਮੈਂਟ ਚਾਹੀਦੀ ਆ, ਪੰਚਾਇਤ ਦੀ ਇਨਵੋਲਵਮੈਂਟ ਚਾਹੀਦੀ ਆ। ਜਿਹੜੇ ਇੱਕ ਪਾਰਟਿਕੂਲਰ ਏਜ ਗਰੁੱਪ ਤੋਂ ਆਪਾਂ ਉਹਨੂੰ ਕੈਟਾਗਰਾਈਜ਼ ਕਰ ਸਕਦੇ ਹਾਂ, ਉਸ ਤੋਂ ਥੱਲੇ ਉਸ ਤੋਂ ਉੱਤੇ ਦੇ ਸਾਰਿਆਂ ਦੀ ਇਨਵੋਲਵਮੈਂਟ ਚਾਹੀਦੀ ਆ। ਜਿਹੜਾ ਇੱਕ ਸਪੈਸੀਫਿਕ ਕੇਸ ਆ ਉਹਦੀਆਂ ਡਿਟੇਲਸ ਜਦੋਂ ਤੱਕ ਪੂਰੀਆਂ ਪਤਾ ਨਾ ਹੋਣ ਉਹਦੇ ਬਾਰੇ ਟਿੱਪਣੀ ਨਹੀਂ ਦਿੱਤੀ ਜਾ ਮਾਨਸਾ ਦੇ ਸਕਦੀ। ਬਹੁਤ ਸਾਰੇ ਲੋਕਾਂ ਨੇ ਸਰ ਧਰਨਾ ਲਗਾਇਆ ਹੋਇਆ ਉੱਥੇ ਜੀ। ਐਸਾ ਮੈਂ ਉਹੀ ਤਦੇ ਕਹਿ ਰਿਹਾ ਜੀ, ਉਹ ਲੋਕਲ ਜਿਹੜੇ ਆ ਨਾ ਉਹੀ ਦੱਸ ਸਕਦੇ ਆ ਕੀ ਸਰਕਮਸਟੈਂਸਿਸ ਸੀਗੇ, ਕੀ ਇਸ਼ੂ ਸੀਗੇ, ਜਾਂ ਕੀ ਉੱਥੇ ਇਹੋ ਜਿਹਾ ਇਸ਼ੂ ਆਇਆ ਹੈ ਜਿਹਦੇ ਕਰਕੇ ਐਕਸ਼ਨ ਲੈਣਾ ਪਿਆ, ਉਹ ਲੋਕਲ ਹੀ ਦੱਸ ਸਕਦੇ ਆ। SSP ਮਾਨਸਾ ਤੋਂ ਕੋਈ ਡਿਟੇਲਸ ਹਾਂ ਮੈਂ ਲੈ ਸਕਦਾ ਜੀ, ਲੈ ਲਵਾਂਗਾ ਡਿਟੇਲ। ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਝੋਟੇ ਨੂੰ ਫਸਾਇਆ ਗਿਆ, ਇਹ ਗੱਲ ਨਿਕਲ ਕੇ ਬਾਹਰ ਆਈ ਕਿ ਜਿਸ ਬੰਦੇ ਨੂੰ ਉਹਨਾਂ ਨੇ ਦੱਸਿਆ ਪੁਲਿਸ ਨੂੰ ਕਿ ਇਹ ਬੰਦਾ ਡਰੱਗਸ ਵੇਚਦਾ ਜਾਂ ਕੁਝ ਵੀ, ਪੁਲਿਸ ਨੇ ਇਹ ਕਿਹਾ ਕਿ ਉਹ ਬੰਦਾ ਸੁਸਾਈਡ ਕਰ ਸਕਦਾ ਜਾਂ ਇਸ ਦਾ ਨਾਮ ਲੈ ਰਿਹਾ ਹੈ, ਇਸ ਕਰਕੇ ਸਾਨੂੰ ਚੱਕਣਾ ਹੈ। ਨਹੀਂ, ਮੈਂ ਜਿੱਦਾਂ ਤੁਹਾਨੂੰ ਕਿਹਾ ਜੀ, ਜਦੋਂ ਤੱਕ ਕੇਸ ਦੀਆਂ ਡਿਟੇਲਸ ਮੈਂ ਲੈ ਲਾਂਗਾ ਐਸਐਸਪੀ ਮਾਨਸਾ ਤੋਂ, ਜੋ ਵੀ ਫੈਕਟਸ ਹੋਣਗੇ ਸ਼ੇਅਰ ਕੀਤੇ ਜਾਣਗੇ, ਕਿਉਂਕਿ ਉਹ ਆਪਣੇ ਲੈਵਲ ਤੇ ਉਹਨਾਂ ਨੇ ਜੇ ਕੋਈ ਡਿਸੀਜਨ ਲਿਆ ਹੈ ਉਹਦਾ ਕੀ ਰੈਸ਼ਨਲ ਆ ਉਹੀ ਦੱਸ ਸਕਦੇ ਆ ਉਸ ਚੀਜ਼। ਮਿਲ ਸਾਹਿਬ, ਜਿੱਦਾਂ ਤੁਸੀਂ ਲਗਾਤਾਰ ਇਹ ਕਹਿ ਰਹੇ ਹੋ ਕਿ ਅਸੀਂ ਰਿਕਵਰੀਜ਼ ਕੀਤੀ ਹੈ, ਲੇਕਿਨ ਉੱਪਰੀ ਲੈਵਲ ਤੇ ਤੁਹਾਡੀ ਕੋਈ ਮੋਨੀਟਰਿੰਗ ਹੁੰਦੀ ਹੈ? ਕਿਉਂਕਿ ਕਈ ਇਲਜ਼ਾਮ ਹੁਣ ਵੀ ਲੱਗਦੇ ਆ ਰਹੇ ਹੈ ਲੋਕਾਂ ਵੱਲੋਂ, ਜਾਂ ਕਿ ਵੀ ਹਜੇ ਵੀ ਡਰੱਗਸ ਵਿਕ ਰਿਹਾ ਹੈ ਤੇ ਹੋਰ ਵੀ ਕਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਂਦੀਆਂ। ਉੱਪਰੀ ਲੈਵਲ ਤੇ ਕੋਈ ਮੋਨੀਟਰਿੰਗ ਹੁੰਦੀ ਹੈ ਸਰ ਕਿ ਜਿਹੜੀ ਵੀ ਨਹੀਂ, ਦੇਖੋ ਸਾਡੇ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ, ਸਾਡਾ ਇੱਕ ਤਾਂ ਸਾਡਾ ਸਪੈਸ਼ਲ ਜਿਹੜਾ ਵਿੰਗ ਹੈ STF ਆ, STF ਲੈਵਲ ਤੇ ਤਾਂ ਅਸੀਂ ਇਸ ਲੈਵਲ ਤੱਕ ਮੋਨੀਟਰਿੰਗ ਕਰ ਰਹੇ ਹਾਂ ਕਿ ਈਵਨ ਡਰੱਗਸ ਦੇ ਕੇਸਿਸ ਦੇ ਵਿੱਚ ਕਿੰਨੀ ਰਿਕਵਰੀਜ਼ ਹੋਈਆਂ। ਪਲੱਸ ਹੁਣ ਅਸੀਂ ਜਿਹੜਾ ਨਵਾਂ ਇੱਕ ਹੋਰ ਸ਼ੁਰੂ ਕੀਤਾ ਕਿ ਡਿਫਾਲਟ ਬੇਲਸ ਕਈ ਵਾਰੀ ਹੋ ਜਾਂਦੀਆਂ, ਜਿਹਦੇ 'ਚ 90 ਦਿਨ ਦਾ ਟਾਈਮ ਹੁੰਦਾ ਜਾਂ 180 ਦਿਨ ਦਾ ਟਾਈਮ ਹੁੰਦਾ, ਜਿਹਦੇ ਵਿੱਚ ਕੋਰਟ 'ਚ ਚਲਾਨ ਪ੍ਰੈਜ਼ੈਂਟ ਕਰਨਾ ਹੁੰਦਾ ਹੈ। ਸੋ ਉਹਦਾ ਵੀ ਅਸੀਂ ਸਪੈਸ਼ਲ ਹੁਣ ਐਨਾਲਿਸਿਸ ਕਰ ਰਹੇ ਹਾਂ ਕਿ ਪਿਛਲੇ ਟਾਈਮ ਦੇ ਵਿੱਚ ਕਿੰਨੀਆਂ ਡਿਫਾਲਟ ਬੇਲਸ ਹੋਈਆਂ, ਜਿਹੜੇ ਕੰਸਰਨਡ ਆਫੀਸਰਸ ਆ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਗਿਆ, ਜਿੱਥੇ ਐਕਸ਼ਨ ਨਹੀਂ ਲਿਆ ਗਿਆ ਹੁਣ ਤੱਕ ਉੱਥੇ ਅਸੀਂ ਇਨਸ਼ੋਰ ਕਰਾਂਗੇ। DGP ਸਾਹਿਬ ਵੱਲੋਂ ਹਦਾਇਤਾਂ ਹੈ, ਬਕਾਇਦਾ ਉਹਨਾਂ ਵੱਲੋਂ ਸਾਰਿਆਂ ਨੂੰ ਇੱਕ ਸਖਤ ਹਦਾਇਤਾਂ ਜਾਣਗੀਆਂ। ਐਂਡ ਉਹ ਐ ਨਹੀਂ ਕਿ ਕੋਈ ਅਸੀਂ ਕੋਈ ਜਨਰਲ ਗੱਲ ਕਰ ਰਹੇ, ਕੇਸ ਬਾਈ ਕੇਸ ਬੇਸਿਸ ਅਸੀਂ ਐਨਾਲਿਸਿਸ ਕਰ ਰਹੇ ਹਾਂ ਕਿ ਕਿਹੜੇ ਕੇਸ 'ਚ ਬੇਲ ਹੋਈ, ਕਿਉਂ ਬੇਲ ਹੋਈ, ਉਸ ਏਰੀਆ ਦਾ SHO ਕੌਣ ਸੀਗਾ, DSP ਕੌਣ ਸੀਗਾ, ਉਸ ਏਰੀਆ ਦੇ SSP CP ਕੌਣ ਸੀਗੇ, ਔਰ ਜਿਸ ਲੈਵਲ ਤੇ ਜਿਹਦੀ ਨਿਗਰਾਨੀ ਆ ਉਸ ਅਨੁਸਾਰ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਆਰੰਭੀ ਜਾਏਗੀ। ਇਸ सर, केस में। ऑरेंज स्नोई बठिंडा जेल में बंद है सर, क्या ऐसा है कि दिल्ली पुलिस ने 2 बार प्रोटेक्शन वारंट उसको ले जाने के लिए आपसे संपर्क किया, लेकिन पंजाब पुलिस ने मना कर दिया कि हमारे पास सिक्योरिटी नहीं है? ਨਹੀਂ, ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ। ਇਹ ਤਾਂ ਜਿਹੜੇ ਕੋਈ ਇਨਵੈਸਟੀਗੇਸ਼ਨ ਕਰ ਰਹੇ ਆ ਨਾ ਉਸ ਕੇਸਿਸ ਦੀ, ਉਹੀ ਦੱਸ ਸਕਦੇ ਆ ਤੁਹਾਨੂੰ, ਜਾਂ ਪ੍ਰਿਜ਼ਨ ਡਿਪਾਰਟਮੈਂਟ ਦੱਸ ਸਕਦਾ। ਸਰ, ਲੋਕਾਂ ਨੂੰ ਕਹਿੰਦੇ ਵੀ ਮਿਲ ਕੇ ਜਿਹੜਾ ਸਭ ਤੋਂ ਕੰਪਲੇਂਟਸ ਰਹਿ ਗਈ ਜਿੱਦਾਂ ਕਿ ਕੋਈ ਗੱਲ ਚੱਲ ਰਹੀ ਸੀ ਕਰਕੇ, ਅਕਸਰ ਇਹੀ ਹੈਗਾ ਕਿ ਜਿਹੜੀ ਕੰਪਲੇਂਟਸ ਕਿਸੇ ਪੁਲਿਸ ਸਟੇਸ਼ਨ ਦੇ SHO ਦੇ ਖਿਲਾਫ ਹੁੰਦੀ ਹੈ, ਜਦੋਂ ਕਿਸੇ SHO ਦੇ ਖਿਲਾਫ ਉਹ ਘੁੰਮ ਕੇ ਹੀ ਜਿਹੜੀ ਹੈ ਉਹ ਕੰਸਰਨ ਥਾਣੇ ਚੱਲ ਜਾਂਦੀ ਹੈ। ਇਹ ਦਾ ਮੈਕੈਨਿਜ਼ਮ ਜਿਹੜਾ ਨਹੀਂ, ਜਿਹੜੇ ਸੈਂਸਿਟਿਵ ਹੈ ਡਰੱਗਸ ਪੁਲਿਸ ਦੀ ਕੰਪਲੇਂਟਸ ਅਕਸਰ ਹੁੰਦੀਆਂ ਕਿ ਪੁਰਾਣਾ ਇਨਵੋਲ ਹੈ, ਉਹਦੀ ਕੋਈ ਲੱਗ ਕਿਤੇ ਵਿੰਗ ਦਿੱਤੀ ਜਾਵੇ ਕੋਈ, ਤਾਂ ਕਿ ਨਹੀਂ, ਇਹ ਬਹੁਤ ਵਧੀਆ ਬਾਜਵਾ ਜੀ, ਬਹੁਤ ਵਧੀਆ ਸੁਝਾਅ ਆ। ਇਸ ਤੇ ਕਰ ਸਕਦੇ ਆ। ਈਵਨ ਅਸੀਂ ਇੱਕ ਨੋਡਲ ਆਫੀਸਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਾ ਸਕਦੇ ਹਾਂ ਕਿ ਜਿਹੜੀਆਂ ਵੀ ਡਰੱਗਸ ਰਿਲੇਟਡ ਕੰਪਲੇਂਟਸ ਹੋਣ, ਸਪੈਸ਼ਲੀ ਜਿਹੜੀਆਂ ਕਿਸੇ ਦੇ ਖਿਲਾਫ ਬਾਈ ਨੇਮ ਹੁੰਦੀਆਂ, ਉਹਨਾਂ ਨੂੰ ਇੱਕ ਲੈਵਲ ਦੇ ਉੱਤੇ ਵੈਰੀਫਾਈ ਕੀਤਾ ਜਾਵੇ। ਔਰ ਜੇ ਅਫਸਰਾਂ ਦੇ ਖਿਲਾਫ ਆਉਂਦੀਆਂ, SHO DSP ਦੇ ਖਿਲਾਫ ਆਉਂਦੀਆਂ, ਤਾਂ ਮਿਨੀਮਮ SP ਲੈਵਲ ਤੇ ਉਹਦੀ ਇਨਕੁਆਇਰੀ, ਉਸ चीज़ की वेरिफिकेशन हो गई। सो इनू असं करावांगे जी जरूर हर हाल में। सर, NIA के चार्जशीट में जो खुलासा हुआ है उसमें कहा है कि एक पाकिस्तानी आदमी का लिंक मिला है हामिद का, जी। तो उसके बारे में बताइए कि मुझे नहीं डिटेल्स पता जी, मैंने भी अभी देखा है, तो वो जो इन्वेस्टिगेशन कर रहे हैं वही शेयर कर सकते हैं इसके बारे में। अंडमान निकोबार जाएगा जी सर? हाँ जी, अंडमान निकोबार सर, जो गैंगस्टर नहीं ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ, ਅਜੇ ਇਸ ਸਟੇਜ ਤੇ ਕੁਝ ਵੀ ਕਹਿਣਾ ਬੜਾ ਜਲਦਬਾਜ਼ੀ ਹੋਏਗੀ। पंजाब पुलिस को जाने के ਉਹ ਤਾਂ ਅਜੇ ਇਸ ਸਟੇਜ ਤੇ ਕੋਈ ਡਿਸੀਜਨ ਕੀ ਹੁੰਦਾ ਪਤਾ ਨਹੀਂ ਹੁੰਦਾ ਇਹਦੇ ਬਾਰੇ ਵਿੱਚ। और सर ड्रोन स्पोर्टिंग की भी विशेष की थी जनरल ਤੁਹਾਡੇ ਕੋਲ ਫਿਗਰਸ ਹੁੰਦੀਆਂ ਹੈ। ਦੇਖੋ ਜਰਨਲੀ ਜੋ ਲਾਸਟ ਈਅਰ ਦੇਖਣ ਚ ਆਇਆ ਸੀ ਅਰਾਊਂਡ 244 ਦੇ ਆਸ-ਪਾਸ ਦੀ ਫਿਗਰ ਸੀਗੀ 244 ਲਾਸਟ ਈਅਰ ਜਿਹੜੀ ਫਿਗਰ ਸੀਗੀ 2022 ਦੀ ਜਿਹੜੀ ਫਿਗਰ ਸੀਗੀ। ਸੋ ਜਿਹੜੇ ਕਨਫਿਸਕੇਟ ਕੀਤੇ ਗਏ ਆ 22 ਤੋਂ ਲੈ ਕੇ ਹੁਣ ਤੱਕ 5-7 ਤੋਂ ਕਹਿ ਲਓ ਫਿਗਰ ਅਸੀਂ ਪਿਕ ਕੀਤੀ ਆ, ਉਹ 51 ਜਿਹੜੇ ਨੇ ਉਹ ਕਨਫਿਸਕੇਟ ਕੀਤੇ ਗਏ ਆ। 244 ਹੈਗਾ that period only? 244 is figure of 2022 ਟੋਟਲ ਈਅਰ ਦੀ। ਸੋ ਇਸ ਸਾਲ ਅਜੇ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈਗੀ, ਬਟ ਸਾਈਟਿੰਗਸ ਪ੍ਰੋਬੇਬਲੀ ਪਿਛਲੇ ਸਾਲ ਨਾਲੋਂ ਘੱਟ ਨੇ ਕੰਪੈਰੀਟਿਵਲੀ। ਸੋ ਐਗਜ਼ੈਕਟ ਫਿਗਰ ਵੀ ਆ ਜਾਏਗੀ ਆਪਣੇ ਕੋਲੇ, ਬਟ ਸਾਲ 'ਚ ਜਿਹੜੀਆਂ ਅਸੀਂ ਕਨਫਿਸਕੇਟ ਕੀਤੀਆਂ ਅੱਜ ਤੋਂ ਲੈ ਕੇ 1 ਸਾਲ ਤੱਕ ਉਹ 51 ਨੇ ਟੋਟਲ ਜਿਹੜੇ ਨੇ। ਸਰ ਇਲੀਗਲ ਵੈਪਨਸ ਕਾਫੀ ਆ ਰਹੇ ਨੇ, ਜਿਵੇਂ ਸ਼ੂਟਆਊਟਸ ਹੁੰਦੇ ਨੇ, ਕਾਫੀ ਇਲੀਗਲ ਵੈਪਨਸ, ਉਹਨਾਂ ਦੀ ਰਿਕਵਰੀ ਕਿੰਨੀ ਕੁ? ਨਹੀਂ, ਇਹਦੇ ਵਿੱਚ ਜੇ ਦੇਖੋ ਸਾਡੀਆਂ ਟੀਮਸ ਜਿਹੜੀਆਂ ਸਪੈਸ਼ਲਾਈਜ਼ਡ ਬਣੀਆਂ ਹੋਈਆਂ, ਜਿੱਦਾਂ AGTF ਨੇ, ਮੈਂ ਜਿੱਦਾਂ ਦੱਸਿਆ ਤੁਹਾਨੂੰ, ਉਹਨਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ
ਕਰੀਬ AGTF ਨੇ 607 ਵੈਪਨ ਰਿਕਵਰ ਕੀਤੇ ਆ ਪਿਛਲੇ 1 ਸਾਲ ਦੇ ਵਿੱਚ। ਸਿਮਿਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ, ਜਿਹੜਾ ਐਂਟੀ ਟੈਰਰਿਸਟ ਫਰੰਟ ਤੇ ਕੰਮ ਕਰਦਾ ਹੈ, ਉਹਨਾਂ ਨੇ ਵੀ ਕਰੀਬ 31 ਰਾਈਫਲਸ ਤੇ 209 ਰਿਵਾਲਵਰਸ ਯਾਨੀ 240 ਵੈਪਨ ਉਹਨਾਂ ਨੇ ਰਿਕਵਰ ਕੀਤੇ ਆ। ਸੋ ਪਿਛਲੇ ਇਹ ਮੈਂ ਜ਼ਿਲ੍ਹਿਆਂ ਤੋਂ ਇਲਾਵਾ ਵੀ ਕਹਿ ਰਿਹਾ ਕਿ ਜਿਹੜੇ ਸਾਡੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਲੀਗਲ ਵੈਪਨਸ ਰਿਕਵਰ ਹੋਏ ਆ। ਸੋ ਇਹਦੇ ਖਿਲਾਫ ਜਿਹੜੇ ਸਾਡੇ ਵਿੰਗ ਬਣੇ ਆ AGTF, ਅੱਜ ਦਾ ਤੁਸੀਂ ਦੇਖਿਆ ਜੀ ਪਿਛਲੇ ਕਾਫੀ ਟਾਈਮ ਤੋਂ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਫਰੰਟ ਤੋਂ ਆਪਾਂ ਗੱਲ ਕਰੀਏ ਤਾਂ ਕਾਫੀ ਸ਼ਾਂਤੀ ਆ। ਸੋ ਇਟ ਜਸਟ ਇਫੈਕਟਿਵਨੈਸ ਕਰਕੇ ਆ AGTF ਦੀ, ਔਰ ਉਹ ਲਗਾਤਾਰ ਲੱਗੇ ਹੋਏ ਆ, ਲਗਾਤਾਰ ਵੈਪਨਸ ਸੀਜ਼ ਹੋ ਰਹੇ ਆ, ਲਗਾਤਾਰ AGTF ਲੱਗੀ ਹੋਈ ਆ, ਲਗਾਤਾਰ ਇੰਟਰਨਲ ਸਿਕਿਉਰਿਟੀ ਵਿੰਗ, ਕਾਊਂਟਰ ਇੰਟੈਲੀਜੈਂਸ ਵਿੰਗ ਲੱਗਾ ਹੋਇਆ। ਇਹ ਇਨ ਐਡੀਸ਼ਨ ਟੂ ਡਿਸਟ੍ਰਿਕਟ ਪੁਲਿਸ ਆ ਜਿਹੜਾ ਮੈਂ ਕਹਿ ਰਿਹਾ। ਨਹੀਂ, ਉਸ ਤੋਂ ਪਹਿਲਾਂ ਵੀ ਕਾਫੀ ਘਟੀ ਹੈ ਜੀ ਐਕਟੀਵਿਟੀ, ਔਰ ਲੋਕੀ ਵੀ ਮਹਿਸੂਸ ਕਰਦੇ ਇਸ ਚੀਜ਼ ਬਾਰਡਰ ਨੂੰ। ਦੇ ਉੱਪਰ ਆ ਕੇ ਜਿਹੜੀ ਫਾਰਮਰ ਦੀ ਡਰੋਨ ਦੀ ਗੱਲ ਸੀ ਨਾ, ਦੇਖੋ ਕੋਈ ਤਾਂ ਤੁਸੀਂ ਐਮਐਸਏ ਕਿਸੇ ਗੱਲ ਦੱਸਦੇ ਵੀ ਨਹੀਂ ਹੈ, ਇਹ ਅਕਸਰ ਇਹ ਗੱਲ ਕਹਿੰਦੇ ਨੇ ਕਿ ਉੱਥੇ ਕੋਈ ਚਾਰ ਥਾਂ ਦੇ ਕੋਈ ਮੋਨੀਟਰਿੰਗ ਕਰਕੇ ਅਨੁਸਾਰ ਨਹੀਂ, ਉਹ ਦੇਖੋ BSF ਨੇ ਆਪਣਾ ਸਿਸਟਮ ਅੱਗੇ ਨਾਲੋਂ ਸਟਰੈਂਥਨ ਕੀਤਾ ਹੈ। ਸਟੇਟ ਗਵਰਨਮੈਂਟ ਦਾ ਦੇਖੋ, ਸਟੇਟ ਗਵਰਨਮੈਂਟ ਦਾ ਰੋਲ ਜਿਹੜਾ ਹੈ ਉਹ ਸੈਕੰਡ ਲਾਈਨ ਆਫ ਡਿਫੈਂਸ ਤੋਂ ਸਟਾਰਟ ਹੁੰਦਾ ਹੈ, ਬਟ ਕੋਆਰਡੀਨੇਸ਼ਨ ਆਪਸ ਦੇ ਵਿੱਚ ਪੂਰਾ ਰਹਿੰਦਾ ਦੋਨੋਂ ਏਜੰਸੀਜ਼ ਦਾ। ਔਰ ਪਿਛਲੇ ਟਾਈਮ ਦੇ ਵਿੱਚ ਜਿਹੜੇ ਇੰਨੇ ਡਰੋਨ ਆ, ਜਿੰਨੇ 51 ਹੈ, ਇਹ 'ਚੋਂ ਮੋਸਟਲੀ ਹੁਣ ਜਿਹੜੇ ਨੇ ਕਨਫਿਸਕੇਟ ਹੋਇਆ ਪਿਛਲੇ ਕੁਝ ਸਮੇਂ ਦੇ ਦੌਰਾਨ ਹੀ। ਸੋ ਇਹਦੇ ਤੇ ਸਰਵੇਲੈਂਸ ਆ, ਟੈਕਨੀਕਲ ਜਿਹੜੀ ਤੁਸੀਂ ਕਹਿ ਲਓ ਕਿ ਕੈਪੇਬਿਲਿਟੀ ਆ, ਵੱਧ ਰਹੀ ਆ ਡੇ ਬਾय डे, और ਇਹਦੇ 'ਚ ਹੋਰ ਤੁਹਾਨੂੰ ਮਿਲੇਗੀ ਉਪਲब्धि फर्दर भी आगे इस केस के ਵਿੱਚ। अच्छा, IIT को भी रोपिन किया था ना? वो हमने फोरेंसिक के लिए लिखो, हमने एक ऑफिसर्स की टीम बनाई है। ऑफिसर्स ने काफ़ी जगह पे विज़िट किया था टू स्ट्रेंथन दिस टेक्नोलॉजी। उसमें जो इन्वेस्टिगेशन वाला पार्ट है उसमें हम काफ़ी कैपेबल हो गए हैं उसमें, कि ड्रोन जब कन्फिस्केट हो जाता है उसके बाद जो इन्वेस्टिगेशन है उस पर काफ़ी हमें कहाँ से लॉन्च हुआ, कहाँ पे लैंड हुआ, ये चीज़ें हमें अब मतलब कुछ पता चल रही हैं। लेकिन डिटेक्ट करने वाला जो पार्ट है उस पर अभी और काम चल रहा है उस पार्ट। राजनीत वगैरह पे इतना कितने दिन को बाद भी फरार है, तो ਉਹਦਾ ਕੀ ਸਟੇਟਸ ਕੀ ਉਸ ਕੇਸ ਦਾ, ਕਿਉਂਕਿ ਡਰਗ ਦੇ ਉਹਦਾ ਸਟੇਟਸ ਦੇਖੋ, ਉਹ ਤਾਂ ਜਿਹੜੇ ਆਫੀਸਰ ਇਨਵੈਸਟੀਗੇਟ ਕਰ ਰਹੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ, ਬਟ ਜੋ